ਨਾਲ ਮੇਰੇ जुड़ी जुड़ाई बिल्डिंग ने उन्होंने 2 घंटिਆਂ ਦੇ ਵਿੱਚ ਜੜ ਤੋਂ ਉਖਾੜ ਕੇ ਫਿੱਟਿਆ ਤੇ ਮੇਰੀ ਸਾਰੀ ਬਿਲਡਿੰਗ ਹਿਲਾ ਦਿੱਤੀ। भी कहते नहीं जिस तरह अपनी बिल्डिंग तोड़े तो ताड़ी बिल्डिंग टूटी है साडा तो कोई है नहीं है कसूर। ਕਿੱਦਾਂ ਦੀਆਂ ਧਮਕੀਆਂ ਦਿੱਤੀਆਂ ਇਹਨਾਂ ਨੇ ਤੁਹਾਨੂੰ? ਧਮਕੀਆਂ ਜੀ ਇੱਕ ਤਾਂ ਜੀ ਵਿਨੀਤ ਜੀ ਕਹਿੰਦੇ ਕਿ ਜੀ ਭਾਈ ਸੂਦ ਤੇਰੀ ਸਮਾਧ ਇੱਥੇ ਹੀ ਬਣੂਗੀ। मैं चलो इनू संभाल लूँगा बिल्डिंग बचा लूँगा पर अगर जे हुन ना कुछ होया तो फिर जे बिल्डिंग गिर गई फिर कुछ नहीं फिर तो बस मिट्टी हच रह जानी है। ਜਾਨੀ ਤੇ ਅਸੀਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰਾ ਸੰਦੀਪ ਸ਼ਰਮਾ ਦਾ ਨਮਸਕਾਰ। ਦੋਸਤੋ, ਕੋਵਿਡ ਦੀ ਮਹਾਮਾਰੀ ਪਹਿਲਾਂ ਹੀ ਚੱਲ ਰਹੀ ਹੈ ਜਿਹਦੇ ਨਾਲ ਲੋਕੀ ਬਹੁਤ ਜ਼ਿਆਦਾ ਪਰੇਸ਼ਾਨ ਹੈ, ਪਰ ਜਿੱਦਾਂ ਹੀ ਇਹ ਕੋਵਿਡ ਦੀ ਮਹਾਮਾਰੀ ਤੋਂ ਬਾਅਦ ਥੋੜਾ ਜਿਹਾ ਲੋਕਾਂ ਨੇ ਪ੍ਰਸ਼ਾਸਨ ਨੇ ਢਿੱਲ ਦਿੱਤੀ ਹੈ ਕਿ ਅਸੀਂ ਲੋਕੀ ਆਪਣੀ ਲਾਈਫ ਨੂੰ ਵਾਪਸ ਜਿਹੜਾ ਜੀਣ ਦੀ ਕੋਸ਼ਿਸ਼ ਕਰੀਏ ਕੋਵਿਡ ਦੇ ਵਿੱਚ ਹੀ। ਪਰ ਇੱਥੇ ਹੀ ਹੋਰ ਵੀ ਬੜੀਆਂ ਮੁਸੀਬਤਾਂ ਜਾਂ ਲੋਕੀ ਇਹੋ ਜਿਹੇ ਆ ਜਿਨ੍ਹਾਂ ਨੂੰ ਕੋਵਿਡ ਹੀ ਨਹੀਂ, ਕੋਵਿਡ ਦੇ ਨਾਲ ਕੁਝ ਹੋਰ ਵੀ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਗਈਆਂ। ਤੇ 21ਵੀਂ ਸਦੀ 'ਚ ਜਦੋਂ ਅਸੀਂ ਗੱਲ ਕਰਦੇ ਹਾਂ ਇੰਟਰਨੈਸ਼ਨਲ ਲੈਵਲ ਤੇ ਚਾਈਨਾ ਨਾਲ ਮੁਕਾਬਲਾ ਕਰਨ ਦੀ, ਪਰ ਕੁਝ ਇਹੋ ਜਿਹੀ ਚੀਜ਼ਾਂ ਹੈਗੀਆਂ ਜਿਹੜੀ ਅਪਰਾਧਿਕ ਗਤੀਵਿਧੀਆਂ ਹੈਗੀਆਂ ਜਿਹੜਾ ਕਿ ਲੋਕਾਂ ਨੂੰ ਘਰ ਬੈਠੇ ਹੀ ਨਹੀਂ ਜੀਣ ਦੇ ਰਹੀਆਂ। ਤੇ ਅੱਜ ਅਸੀਂ ਇਹੋ ਜਿਹੇ ਇੱਕ ਮਸਲੇ 'ਚ ਤੁਹਾਡੇ ਕੋਲ ਲੈ ਕੇ ਆਏ ਹਾਂ ਜਿੱਥੇ ਕਿ ਸ਼ਹਿਰ ਦੇ ਕੁਝ ਰਸੂਖਦਾਰ ਲੋਕਾਂ ਵੱਲੋਂ ਇੱਕ ਜਿਹੜੇ ਹੈਗੇ ਆ ਗੈਸ ਏਜੰਸੀ ਦੇ ਮਾਲਕ ਹੈਗੇ ਆ ਮੇਨ ਸ਼ਹਿਰ ਦੇ ਵਿੱਚ ਸਰੇਆਮ ਸ਼ਹਿਰ ਦੇ ਵਿੱਚ ਜਿਹੜਾ ਉਹਨਾਂ ਨਾਲ ਧੱਕਾ ਕੀਤਾ ਗਿਆ ਤੇ ਅਸੀਂ ਆਇਓ ਜਾਣਦੇ ਹਾਂ ਕਿ ਕੀ ਮਾਮਲਾ ਹੈ। ਨਮਸਕਾਰ ਜੀ। नमस्कार जी ਸਰ, ਤੁਹਾਡਾ ਸ਼ੁਭ ਨਾਮ? मेरा नाम डॉक्टर विश्वभूषण सूद है। ਡਾਕਟਰ ਸਾਹਿਬ, ਇਹ ਕੀ ਪੂਰਾ ਮਾਮਲਾ ਹੈਗਾ? ਅਸੀਂ ਦੇਖ ਰਹੇ ਹਾਂ ਕਿ ਤੁਸੀਂ ਇਹ ਟੁੱਟੇ ਦੇ ਆਫਿਸ 'ਚ ਬੈਠੇ ਹੋ, ਕੀ ਸਾਰਾ ਮਾਮਲਾ ਕੀ ਹੈ? ਇਸ ਤਰ੍ਹਾਂ ਜੀ ਮੈਂ ਇਸ ਗੈਸ ਏਜੰਸੀ ਨੂੰ ਸਨ 1987 ਤੋਂ ਇੱਥੇ ਚਲਾ ਰਿਹਾ ਇਸ ਜਗ੍ਹਾ ਦੇ ਉੱਤੇ। ਮੈਨੂੰ 37 ਸਾਲ ਹੋ ਗਏ ਹੈ ਔਰ ਮੈਨੂੰ ਇਸ ਜਗ੍ਹਾ ਨੂੰ ਪਰਚੇਜ਼ ਕੀਤੇ ਨੂੰ 1996 ਦੇ ਕੀਤੀ ਹੈ। ਮੇਰੀ ਇਸ ਗੈਸ ਏਜੰਸੀ ਦੀ ਮੇਰਾ ਮਿਸਫੋਰਚੂਨ ਇਹ ਹੈ ਕਿ ਵੀ ਮੇਰੇ ਕੋਲ ਜਿਹੜੀ ਜਗ੍ਹਾ ਹੈਗੀ ਹੈ ਮੇਰੀ ਓਨਡ ਹੈ ਔਰ ਮੇਰੇ ਦੇ ਆਸ-ਪਾਸ ਇੱਕ ਪ੍ਰੋਪਰਟੀ ਉਹਨਾਂ ਨੂੰ ਬਘਿਆੜੀ ਕਹਾਂਗੇ ਕਿ ਵੀ ਹੌਕਸ ਕਹਾਂਗੇ ਜਿਨ੍ਹਾਂ ਨੇ ਕਿ ਵੀ ਮੇਰੇ ਆਸ-ਪਾਸ ਜਗ੍ਹਾ ਪਰਚੇਜ਼ ਕਰ ਲਿੱਤੀ ਹੈ ਜਿਨ੍ਹਾਂ ਦੇ ਵਿੱਚੋਂ ਦੀ एक मिस्टर विनीत हैं, विनीत गोयल सन ऑफ प्रमोद गोयल और दूसरे उन्होंने वाइफ है मिसिस चांदनी गोयल वाइफ ऑफ मिस्टर विनीत गोयल ते नाल उन्होंने एक मामा जी है मिस्टर रवि गोयल। इन्होंने लोगों ने मिल जुल के इन्होंने जगह तो परचेज कर ली तो मैनू इन्होंने पहले दिन तो ही धमकी देनी शुरू कर दी कि तुसी भी ये जगह सानू वेचो क्योंकि असी इत्थे वड्डा कॉम्पलैक्स बनाना है, मॉल बनाना है, होटल बनाना है, असी वड्डे प्रोजेक्ट लगाने कि तुहाडी एक 63 गज जगह सानू तंग कर ਤੁਸੀਂ ਫਰੰਟ ਤੇ ਫਸੇ ਹੋਏ ਹੋ ਔਰ ਸਾਡਾ ਇਹਦੇ ਨਾਲ ਸਾਡਾ ਸਾਰਾ ਵਿਊ ਖਰਾਬ ਹੁੰਦਾ ਹੈ ਤੇ ਤੁਸੀਂ ਸਾਨੂੰ ਇਹ ਜਗ੍ਹਾ ਵੇਚੋ। ਮੈਂ ਉਹਨਾਂ ਨੂੰ ਕਿਹਾ ਜੀ ਮੈਂ ਜਗ੍ਹਾ ਨਹੀਂ ਵੇਚ ਸਕਦਾ ਹੈ ਕਿਉਂਕਿ ਮੇਰੀ ਇਹ ਜਗ੍ਹਾ ਜਿਹੜੀ ਹੈਗੀ ਹੈ ਇੰਡੀਅਨ ਆਇਲ ਦੇ ਨਾਲ ਐਗਰੀਮੈਂਟ ਦੇ ਵਿੱਚ ਹੈ ਔਰ ਮੈਂ ਸਨ 1987 ਤੋਂ ਇੱਥੇ ਹਾਂ ਔਰ ਅਸੀਂ ਇੱਥੇ ਜਿਹੜੀ ਗੈਸ ਏਜੰਸੀ ਰਨ ਕਰਦੇ ਹਾਂ ਕਸਟਮਰ ਦੀ ਸਹੂਲੀਅਤ ਲਈ ਕਰਦੇ ਹਾਂ ਔਰ ਸਾਡਾ ਜਿਹੜਾ ਮੇਰਾ ਏਰੀਆ ਹੈ ਇੱਥੋਂ ਫਿਰੋਜ਼ਪੁਰ ਰੋਡ ਤੋਂ ਗੁਰਦੇਵ ਨਗਰ, ਮਹਾਰਾਜ ਨਗਰ, ਕ੍ਰਿਸ਼ਨਾ ਨਗਰ, ਗੋਬਿੰਦ ਨਗਰ ਤੋਂ ਲੈ ਕੇ ਰਾਜਗੁਰੂ ਨਗਰ ਤੱਕ ਹੈ। ਮੇਰਾ ਨਹਿਰ ਤੋਂ ਇੱਧਰ ਦਾ ਏਰੀਆ ਸਾਰਾ ਇੱਥੋਂ ਦੀ ਕੰਟਰੋਲ ਹੁੰਦਾ ਔਰ मेरा दूसरा एरिया मेरा गोडाउन जो राजगुरू नगर च उतों कंट्रोल होंदा है। मेरा स्ट्रैटेजिकली कंपनी ने मैनू इत्थे बिठाया इसे करके बिठाया कि भी तुसी सेंट्रलाइज लोकेशन च होवो ते चारों पासे दे जिहड़े कस्टमर है तुहाडे कोल विदिन 1 मिनट तुहाडे कोल रीच करके ना अपनी समस्या दा हल करन। तुसी इहदे लई कोई पुलिस कंप्लेंट वगैरह नहीं कीती? मैं जी 13 जनवरी तो DGP साहब नू, CP साहब नू, चीफ मिनिस्टर साहब नू, SHO साहब नू डिवीजन नंबर 5 वाले ਅਗਾਹ ਕਰ ਰਿਹਾ। ਇਹਨਾਂ ਨੇ 13 ਜਨਵਰੀ ਨੂੰ ਪਹਿਲੀ ਵਾਰੀ ਮੇਰੀ ਬਿਲਡਿੰਗ ਤੋੜੀ ਸੀ ਤਾਂ ਉਦੋਂ ਇਹਨਾਂ ਨੇ ਕੰਪਰੋਮਾਈਜ਼ ਕਰ ਲਿੱਤਾ ਸੀ। ਉਹਨਾਂ ਦੇ ਥਾਣਾ ਨੰਬਰ 5 ਦੇ ਮੈਡਮ ਰਿਚਾ ਜੀ ਹੈ ਉਹਨਾਂ ਨੇ ਵਿੱਚ ਪੈ ਕੇ ਮੇਰਾ ਮਸਲਾ ਹੱਲ ਕਰਾ ਦਿੱਤਾ ਸੀ ਜਿਹੜਾ ਕਿ ਇਹਨਾਂ ਨੇ ਜਿਹੜਾ ਪੰਚਾਇਤੀ ਫੈਸਲਾ ਇਹਨਾਂ ਨੇ ਤੋੜ ਕੇ ਫਿਰ ਦੁਬਾਰਾ ਇਹਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਔਰ ਹੁਣ ਇਹਨਾਂ ਨੇ ਸਾਡੀ ਕੀ ਹੈ ਮਿਸਫੋਰਚੂਨ ਇਹ ਹੈ ਕਿ ਵੀ ਇਹ ਬਿਲਡਿੰਗ ਜਿਹੜੀ ਹੈ ਪੁਰਾਣੀ ਫੈਕਟਰੀ ਦੀ ਬਿਲਡਿੰਗ ਹੈ। ਉਹ ਫੈਕਟਰੀ ਬਿਲਡਿੰਗ 2 ਭਰਾਵਾਂ ਨੇ ਆਪਸ ਵਿੱਚ ਵੰਡ ਕੀਤੀ ਸੀ। ਇੱਕ ਭਰਾ ਦੇ ਹਿੱਸੇ ਮੈਂ ਆ ਗਿਆ, ਦੂਜੇ
ਦੂਜੇ ਭਰਾ ਤੋਂ ਇਹਨਾਂ ਨੇ 2019 ਚ ਲਿੱਤੀ ਹੈ, ਜਦ ਕਿ ਮਤਲਬ ਮੈਂ ਇੱਕ ਜੁਆਇੰਟ ਪ੍ਰਾਪਰਟੀ ਦੇ ਜੁਆਇੰਟ ਵਿੱਚ ਪ੍ਰਾਪਰਟੀ ਸੀ। ਔਰ ਇਹਦਾ ਮਿਸਫੋਰਚੂਨ ਇਹ ਹੈ ਕਿ ਵੀ ਇਹ ਸਾਡੀ ਪ੍ਰਾਪਰਟੀ ਦੇ ਲਿੰਟਲ ਕਾਮਨ ਹੈ। ਉਧਰ ਮਿਸਿਸ ਚਾਂਦਨੀ ਗੋਇਲ ਦੀ ਜਗ੍ਹਾ ਹੈਗੀ ਹੈ, ਇੱਧਰ ਮਿਸਟਰ ਵਿਨੀਤ ਗੋਇਲ ਦੀ, ਇਹਨਾਂ ਦੇ ਸੀ। ਇਹ ਬਾਕੀ ਜਿੰਨੀ ਫੈਕਟਰੀ ਤੋੜੀ ਇਹਨਾਂ ਨੇ ਤੋੜੀ, ਮੈਨੂੰ ਕੋਈ ਇਤਰਾਜ਼ ਨਹੀਂ ਸੀ। ਪਰ ਜਦੋਂ ਇਹਨਾਂ ਨੇ ਮੇਰੀ ਬਿਲਡਿੰਗ ਦੇ ਨਾਲ ਲੱਗਦੇ ਲਿੰਟਲ ਤੋੜਨੇ ਸ਼ੁਰੂ ਕੀਤੇ ਤਾਂ ਮੇਰੀ ਬਿਲਡਿੰਗ ਹਿੱਲਣੀ ਸ਼ੁਰੂ ਹੋ ਦਿੱਤੀ। ਮੈਂ ਫਿਰ ਪੁਲਿਸ ਕੰਪਲੇਂਟ ਕੀਤੀ, ਮੈਂ ਐਮਟੀਪੀ ਸਾਹਿਬ ਨੂੰ ਵੀ ਜਾ ਕੇ ਕੰਪਲੇਂਟ ਕੀਤੀ, ਉਹਨਾਂ ਨੇ ਆ ਕੇ ਰੁਕਵਾਇਆ। ਪਰ ਇਹ ਕਿੱਥੇ ਹਟਦੇ ਜੀ, ਇਹ ਤਾਂ ਦੇ ਆਰ ਹੌਕਸ। ਇਹ ਨਹੀਂ ਬਰਦਾਸ਼ਤ ਕਰ ਸਕਦੇ ਕਿ ਵੀ ਕੋਈ ਇਹਨਾਂ ਦੇ ਅੱਗੇ ਇੱਥੇ ਆਵੇ। ਨਾਰਮਲੀ ਦੇਖਿਆ ਗਿਆ ਕਿ ਜਿਹੜਾ ਇਦਾਂ ਦਾ ਨਾਲ ਦਾ ਬੰਦਾ ਜੇ ਜਗ੍ਹਾ ਲੈਣਾ ਚਾਹੁੰਦਾ ਤੇ ਉਹ ਕੋਈ ਆਫਰ ਕਰ ਦਿੰਦਾ ਕਿ ਭਾਈ ਤੁਸੀਂ ਪੈਸੇ ਲੈ ਲਓ ਤੇ ਜ਼ਿਆਦਾ ਲੈ ਲਓ, ਤੇ ਇਹੋ ਜਿਹਾ ਕੋਈ ਮਾਮਲਾ ਤਾਂ ਨਹੀਂ ਕਿ ਤੁਹਾਨੂੰ ਪੈਸੇ ਤੁਸੀਂ ਜ਼ਿਆਦਾ ਮੰਗ ਰਹੇ ਹੋ ਤੇ ਉਹ ਘੱਟ ਕਰ ਰਹੇ ਹੋ? ਨਹੀਂ ਜੀ, ਪੈਸੇ ਦਾ ਤਾਂ ਸਵਾਲ ਹੀ ਨਹੀਂ ਉੱਠਦਾ, ਜਦ ਕਿ ਨਾ ਤਾਂ ਇਹਨਾਂ ਨੇ ਮੈਨੂੰ ਪਹਿਲਾਂ ਪੁੱਛਿਆ ਲੈਣ ਤੋਂ ਪਹਿਲਾਂ, ਤੇ ਬਾਅਦ ਚੋਂ ਵੀ ਜਦ ਇਹਨਾਂ ਨੇ ਗੱਲ ਕੀਤੀ ਕਿ ਜੀ ਵੇਚੋ, ਤਾਂ ਮੈਂ ਕਿਹਾ ਜੀ ਮੈਂ ਵੇਚ ਨਹੀਂ ਸਕਦਾ, ਕਿਉਂਕਿ ਇਹ ਕੰਪਨੀ ਦੇ ਨਾਲ ਮੇਰੀ ਐਗਰੀਮੈਂਟ ਦੇ ਵਿੱਚ ਹੈ। ਉਹਨਾਂ ਦਾ ਕੰਪਨੀ ਦੇ ਮੈਂ ਕਰ ਹੀ ਨਹੀਂ ਸਕਦਾ। ਇੰਡੀਅਨ ਆਇਲ ਗਵਰਨਮੈਂਟ ਆਫ ਇੰਡੀਆ ਦੀ ਕੰਪਨੀ ਹੈ, ਮੈਂ ਨਹੀਂ ਕਰ ਸਕਦਾ, ਮੈਂ ਇੱਥੋਂ ਸ਼ਿਫਟ ਵੀ ਨਹੀਂ ਕਰ ਸਕਦਾ। ਇਹਨਾਂ ਨੇ ਮੈਨੂੰ ਜਿੰਨੇ ਵੀ ਇਹਨਾਂ ਨੇ ਮੈਨੂੰ ਪ੍ਰਪੋਜ਼ਲ ਦਿੱਤੇ, ਇਸ ਤੋਂ ਇਲਾਵਾ ਇਹ ਕਹਿੰਦੇ ਜੀ ਇਲੀਗਲ ਐਡਜਸਟ ਹੋ ਜਾਓ, ਇੱਧਰ ਉੱਧਰ ਅਸੀਂ ਕਰ ਦਿਆਂਗੇ ਤੁਹਾਨੂੰ ਇਲੀਗਲ, ਪਰ ਅਸੀਂ ਤੁਹਾਨੂੰ ਲੀਗਲ ਨਹੀਂ ਐਡਜਸਟ ਕਰ ਸਕਦੇ। ਕਿਉਂਕਿ ਇਲੀਗਲ ਐਡਜਸਟਮੈਂਟ ਦਾ ਕੀ ਮਤਲਬ ਇਹ ਹੈ ਕਿ ਵੀ ਇਹਨਾਂ ਨੇ ਜਿਹੜੀ ਜਗ੍ਹਾ ਲਿੱਤੀ ਹੈ, ਇਹਨਾਂ ਨੇ ਆਸ-ਪਾਸ ਸਾਰੀ ਖਾਲੀ ਪਲਾਟ ਕਰਕੇ ਇਹਨਾਂ ਨੇ ਰਜਿਸਟਰੀ ਕਰਵਾਈ ਹੈ, ਜਦ ਕਿ ਇਹਨਾਂ ਦੇ ਇੱਥੇ ਕੰਸਟਰਕਸ਼ਨ ਐਗਜ਼ਿਸਟ ਕਰਦੀ ਸੀਗੀ। ਔਰ ਉਹ ਕੰਸਟਰਕਸ਼ਨ 'ਚ ਮੈਨੂੰ ਕਹਿੰਦੇ ਸੀ ਤੁਸੀਂ ਕੰਸਟਰਕਸ਼ਨ 'ਚ ਆ ਜਾਓ, ਅਸੀਂ ਕੰਸਟਰਕਸ਼ਨ ਪੁਰਾਣੀ ਸ਼ੋਅ ਕਰਕੇ ਤੇ ਤੁਹਾਨੂੰ ਇੱਧਰ ਐਡਜਸਟ ਕਰ ਦਿਆਂਗੇ। ਪਲਾਟ ਨੰਬਰ ਸਾਡੇ ਦੋਨਾਂ ਦੇ ਸੇਮ ਹੈ, ਤੁਹਾਡਾ ਵੀ 6 ਹੈ, ਸਾਡਾ ਵੀ 6 ਹੈ, ਤੁਹਾਨੂੰ ਐਡਜਸਟ ਕਰ ਦਿਆਂਗੇ ਤੇ ਕਿਸੇ ਨੂੰ ਕੁਝ ਪਤਾ ਨਹੀਂ ਲੱਗੇਗਾ। ਮੈਂ ਕਿਹਾ ਜੀ ਹੱਦਾਂ ਦਾ ਕੀ ਹੋਏਗਾ, ਹੱਦਾਂ ਤਾਂ ਅਲੱਗ-ਅਲੱਗ ਹੈਗੀਆਂ। ਤੇ ਨਾਲੇ ਦੂਸਰੀ ਗੱਲ ਇਹ ਹੈ, ਇਲੀਗਲ ਮੈਨੂੰ ਤੁਸੀਂ ਬਿਠਾਓਗੇ, ਕੱਲ ਕਾਰਪੋਰੇਸ਼ਨ ਤੋੜ ਦੇਗੀ। ਔਰ ਉਸ ਚੀਜ਼ ਦੇ ਬਾਰੇ ਵੀ ਜਦੋਂ ਇਹਨਾਂ ਨੇ ਇਨਕੁਆਇਰ ਕੀਤਾ ਤਹਿਸੀਲਦਾਰ ਸਾਹਿਬ ਦੇ ਆਫਿਸ 'ਚੋਂ, ਤਾਂ ਉਹਨਾਂ ਨੇ ਮਨਾ ਕਰਤਾ ਕਿ ਵੀ ਤੁਹਾਡਾ ਪਲਾਟ ਖਾਲੀ ਹੈ, ਖਾਲੀ ਪਲਾਟ ਨੂੰ ਅਸੀਂ ਐਜ਼ ਬਿਲਡਿੰਗ ਨਹੀਂ ਸ਼ੋਅ ਕਰ ਸਕਦੇ। ਸੋ ਜਿਹੜਾ ਤੁਸੀਂ ਪੁਲਿਸ ਕਮਿਸ਼ਨਰ ਜਾਂ ਡੀਜੀਪੀ ਸਾਹਿਬ ਨੂੰ ਅਪਰੋਚ ਕੀਤੀ, ਉਹਦਾ ਕੁਝ ਹੱਲ ਹੋਇਆ? ਹਾਂਜੀ ਬਿਲਕੁਲ, ਇਹ ਮਸਲਾ ਮੈਨੂੰ ਫਾਇਦਾ ਹੀ ਤਾਂ ਹੋਇਆ ਕਿਉਂਕਿ ਇਹਨਾਂ ਨੇ ਪਹਿਲਾਂ ਤਾਂ ਮੈਂ ਜਦੋਂ ਕਰਦਾ ਰਿਹਾ ਇਹਨਾਂ ਨੇ ਕੁਝ ਨਹੀਂ ਸੁਣਿਆ। ਇਹਨਾਂ ਨੇ ਬਿਲਡਿੰਗ 6 ਤਰੀਕ ਪਹਿਲਾਂ ਤਾਂ ਇਹਨਾਂ ਨੇ 4 ਤੇ 5 ਦੀ ਰਾਤ ਨੂੰ 11:37 ਤੇ ਇਹਨਾਂ ਨੇ ਬੁਲਡੋਜ਼ਰ ਅੰਦਰ ਵਾੜਿਆ। ਔਰ ਉਸ ਤੋਂ ਬਾਅਦ 1 ਵਜੇ ਤੱਕ ਇਹਨਾਂ ਨੇ 2 ਘੰਟੇ ਦੇ ਵਿੱਚ ਆਪਣੀ ਬਿਲਡਿੰਗ ਨਾਲ ਮੇਰੇ ਜੁੜੀ ਜੁੜਾਈ ਬਿਲਡਿੰਗ ਨੂੰ ਉਹਨਾਂ ਨੇ 2 ਘੰਟਿਆਂ ਦੇ ਵਿੱਚ ਜੜ ਤੋਂ ਉਖਾੜ ਕੇ ਫਿੱਟਿਆ ਤੇ ਮੇਰੀ ਸਾਰੀ ਬਿਲਡਿੰਗ ਹਿਲਾ ਦਿੱਤੀ। ਫਿਰ ਇਹਨਾਂ ਨੇ 6 ਤਰੀਕ ਨੂੰ ਹੋਰ ਇਹਨਾਂ ਦਾ ਇੰਨਾ ਹੌਸਲਾ ਵੱਧ ਗਿਆ, ਮੈਂ ਕੰਪਲੇਂਟ ਵੀ ਕੀਤੀ, ਪਰ ਇਹਨਾਂ ਦਾ ਇੰਨਾ ਹੌਸਲਾ ਵੱਧ ਗਿਆ ਕਿ ਵੀ ਕਹਿੰਦੇ ਨਹੀਂ ਜੀ ਇਸ ਤਾਂ ਆਪਣੀ ਬਿਲਡਿੰਗ ਤੋੜੇ, ਤੁਹਾਡੀ ਬਿਲਡਿੰਗ ਟੁੱਟਦੀ ਹੈ, ਸਾਡਾ ਤਾਂ ਕੋਈ ਹੈ ਨਹੀਂ ਇਹਦੇ 'ਚ ਕਸੂਰ, ਤੁਹਾਡੀ ਬਿਲਡਿੰਗ ਟੁੱਟਦੀ ਹੈ, ਸਾਨੂੰ ਕੀ ਲੈਣਾ ਦੇਣਾ। ਕਿਉਂਕਿ ਇਹ ਚਾਹੁੰਦੀ ਸਾਡੀ ਬਿਲਡਿੰਗ ਹੈ। ਇਹਨਾਂ ਨੇ 6 ਤਰੀਕ ਨੂੰ ਜਦ ਦੇਖਿਆ ਕਿ ਮੇਰੀ ਬਿਲਡਿੰਗ ਹਿੱਲ ਗਈ ਔਰ ਹੁਣ ਗਿਰ ਜਾਏਗੀ, ਤਾਂ ਇਹਨਾਂ ਨੇ ਫਿਰ ਮੇਰੀ ਬਿਲਡਿੰਗ ਦੇ ਉੱਤੇ ਹੀ ਸਿੱਧਾ ਅਟੈਕ ਕਰ ਦਿੱਤਾ। ਤੇ ਮੇਰੀ 6 ਤਰੀਕ ਨੂੰ ਇਹਨਾਂ ਨੇ ਸ਼ਾਮ ਨੂੰ ਮੈਨੂੰ 7 ਵਜੇ ਕੇ ਤਕਰੀਬਨ 30 ਮਿੰਟ ਦੇ ਕਰੀਬ ਮੇਰੇ ਮੁੰਡੇ ਦਾ ਫੋਨ ਆਇਆ ਕਿ ਜੀ ਇਹਨਾਂ ਨੇ ਸਾਡੀ ਦੀਵਾਰ ਢਾਤੀ ਹੈ ਜੀ ਸਾਡੀ ਬਿਲਡਿੰਗ ਦੀ। ਔਰ ਸਾਨੂੰ ਤਾਂ ਹਫੜਾ ਦਫੜੀ 'ਚ ਇਮੀਡੀਏਟਲੀ ਜਾ ਕੇ ਸਾਨੂੰ ਬਿਲਡਿੰਗ ਨੂੰ ਸਪੋਰਟ ਕਰਨਾ ਪਿਆ ਕਿ ਵੀ ਅਗਰ ਸਾਡੇ ਸਪੋਰਟ ਕੀਤਾ ਤੁਸੀਂ ਬਿਲਡਿੰਗ। ਆ ਦੇਖੋ ਜੀ ਥੰਮਲੇ ਲੱਗੇ ਹੋਏ, ਤੁਸੀਂ ਅੱਗੇ ਪਿੱਛੇ ਦੇਖੋ, ਇਹ ਸਾਰੇ ਪਾਸੇ ਥੰਮਲੇ ਆ, ਕੱਚੇ ਥੰਮਲੇ ਆ ਲਗਾ ਕੇ ਰੱਖੇ। ਤੇ ਇੱਧਰਲੀ ਸਾਈਡ ਤੇ ਦੇਖੋ ਦੀਵਾਰਾਂ ਗਿਰੀਆਂ ਪਈਆਂ। ਉੱਪਰ ਤੁਸੀਂ ਚਲੋ ਮੈਂ ਤੁਹਾਨੂੰ ਦਿਖਾਉਂਦਾ ਵਾਂ, ਉੱਪਰ ਪਹਿਲੇ ਫਲੋਰ ਦੀ ਛੱਤ ਸਾਰੀ ਦੀਵਾਰ ਤੋੜ ਦਿੱਤੀ ਹੈ, ਨੰਗੇ ਹੋ ਗਏ ਅਸੀਂ ਉੱਥੋਂ ਦੀ। ਸਾਰਾ ਕੋਈ ਰਾਤ ਨੂੰ ਕੋਈ ਚੋਰੀ ਹੋ ਸਕਦੀ ਹੈ, ਸਿਲੰਡਰ ਪਏ ਸੀਗੇ, ਕੋਈ ਸਿਲੰਡਰ ਫਟ ਜਾਂਦਾ ਤਾਂ ਐਕਸੀਡੈਂਟ ਹੋ ਜਾਣਾ ਸੀਗਾ। ਅਸੀਂ ਇੱਥੇ 6 ਭਰੇ ਸਿਲੰਡਰ ਰੱਖ ਸਕਦੇ ਹਾਂ। ਇੱਥੇ 5 ਜਿਵੇਂ ਇੱਥੇ ਤੁਹਾਡੇ 4-5 ਤਾਂ EMPLOYE ਹੈ, ਤੁਸੀਂ ਇਹਨੂੰ ਸ਼ਿਫਟ ਨਹੀਂ ਕਰ ਸਕਦੇ? ਨਹੀਂ ਜੀ, ਅਸੀਂ ਕਿੱਥੇ ਸ਼ਿਫਟ ਕਰ ਸਕਦੇ ਹਾਂ ਇੱਥੋਂ ਦੀ, ਅਸੀਂ ਕਿੱਥੇ ਜਾਈਏ, ਸਾਡਾ ਸਾਰਾ ਸੈਟਅਪ ਇੱਥੇ ਹੋਇਆ ਹੈ। ਹੁਣ ਇਸ ਵੇਲੇ ਸਾਡੀ ਸਾਰੀ ਵਰਕਿੰਗ ਖਰਾਬ ਹੋਈ ਹੈ ਕਿਉਂਕਿ ਸਾਡੇ ਵਰਕਰ ਜਿਹੜੇ ਆਉਂਦੇ ਇੱਕ ਤਾਂ ਖੌਫ ਦੇ ਮਾਹੌਲ 'ਚ ਜੀਂਦੇ ਆ, ਉਹ ਥ੍ਰੈਟਨਿੰਗ ਕਾਲਸ ਆਉਂਦੀਆਂ ਹੈਗੀਆਂ ਕਿ ਵੀ ਹਲੇ ਕਿ ਵੀ ਤੁਹਾਨੂੰ ਹਲੇ ਸ਼ੁਰੂਆਤ ਹੀ ਹੈ, ਹਲੇ ਤਾਂ ਅੱਗੇ ਦੇਖੋ ਹੋਰ ਕੀ ਹੁੰਦਾ ਹੈਗਾ। ਕਿੱਦਾਂ ਦੇ ਕੌਣ ਥ੍ਰੈਟਨਿੰਗ ਕਾਲ ਉਹ ਡਾਇਰੈਕਟ ਦਿੰਦੇ ਜਾਂ ਕੋਈ ਵਿਚੋਲੀਏ, ਕੋਈ ਰਾਜਨੇਤਾ ਜਾਂ ਕੋਈ ਹੈਗੇ ਆ? ਸਰ ਪਤਾ ਨਹੀਂ ਜੀ, ਮੈਂ ਤਾਂ ਇੰਨਾ ਖੌਫ 'ਚ, ਮੇਰਾ ਤਾਂ ਦਿਮਾਗ ਨਹੀਂ ਕੰਮ ਕਰਦਾ। ਮੈਂ ਤਾਂ ਸੀਪੀ ਸਾਹਿਬ ਨੂੰ ਜਾ ਕੇ ਰਿਕੁਐਸਟ ਕੀਤੀ ਕਿ ਜੀ ਦੇਖੋ ਇਹਨਾਂ ਨੇ ਸਾਡੀ ਦੀਵਾਰ ਵੀ ਤੋੜ ਦਿੱਤੀ ਹੈ। ਤਾਂ ਸੀਪੀ ਸਾਹਿਬ ਨੇ ਪੇਸ਼ੈਂਟਲੀ ਅੱਧਾ ਘੰਟਾ ਮੇਰੀ ਗੱਲ ਸੁਣੀ, ਪਰਮਾਤਮਾ ਉਹਨਾਂ ਨੂੰ ਲੰਬੀ ਉਮਰ ਦੇ। ਉਸ ਤੋਂ ਬਾਅਦ ਜਾ ਕੇ ਸਾਡੇ ਕੁਝ ਉਹਨਾਂ ਨੇ ਸਾਨੂੰ ਡਾਕਟਰ ਸਚਿਨ ਗੁਪਤਾ ਜੀ ਕੋਲ ਭੇਜਿਆ, ਤਾਂ ਜਾ ਕੇ ਫਿਰ ਸਾਡੀ ਉਹਨਾਂ ਦੀ ਸਲਾਹ ਦੇ ਨਾਲ ਉਹਨਾਂ ਨੇ ਜਦੋਂ ਸਾਡੀ ਗੱਲ ਨੂੰ ਕਨਫਰਮ ਕਰ ਲਿਆ ਕਿ ਵੀ ਵਾਕਈ ਸਾਡੇ ਨਾਲ ਨਜਾਇਜ਼ ਹੋ ਰਹੀ ਹੈ, ਤਾਂ ਜਾ ਕੇ ਇਹਨਾਂ ਦੇ ਉੱਤੇ ਪਰਚਾ ਹੋਇਆ। ਕੋਰਟ ਕੇਸ ਵਗੈਰਾ ਵੀ ਕੀਤਾ ਆਪਾਂ? ਬਿਲਕੁਲ ਜੀ, ਕੋਰਟ ਕੇਸ ਇਹਨਾਂ ਦੇ ਚੱਲਦੇ ਪਏ ਆ, ਪਰ ਪਹਿਲਾਂ ਵਕੀਲਾਂ ਦੀ ਹੜਤਾਲ ਕਰਕੇ ਉਹ ਸਾਡਾ ਲਟਕਦਾ ਰਿਹਾ। ਫਿਰ ਉਸ ਤੋਂ ਬਾਅਦ ਕਾਫੀ ਬੜੀ ਮੁਸ਼ਕਿਲ ਹੈ ਕਿ ਜੀ ਕੋਵਿਡ ਤਾਂ ਹੈ ਹੀ ਹੈ, ਪਰ ਉਹ ਕੋਵਿਡ ਦੇ ਕਰਕੇ ਜਿਹੜੀ ਅਰਜੈਂਟ ਵੀ ਹੈ ਬੰਦੇ ਦੀ, ਉਹਦੀ ਵੀ ਸੁਣਵਾਈ ਨਹੀਂ ਹੁੰਦੀ, ਤਰੀਕਾਂ ਪੈ ਜਾਂਦੀਆਂ, ਅੱਗੇ ਨਿਕਲ ਜਾਂਦਾ ਉਹਨੇ 'ਚ ਦੂਜਾ ਜਿਹੜਾ ਨਜਾਇਜ਼ ਬੰਦਾ ਆਪਣਾ ਕਾਰਵਾਈ ਕਰਕੇ ਨਿਕਲ ਜਾਂਦਾ। ਤੇ ਉਸ ਤੋਂ ਬਾਅਦ ਸਾਡਾ ਤਾਂ ਅਗਰ ਬਿਲਡਿੰਗ ਗਿਰ ਗਈ ਤਾਂ ਇਸ ਤੋਂ ਬਾਅਦ ਤਾਂ ਸਾਡੇ ਲਈ ਕੋਈ ਹੱਲ ਹੀ ਨਹੀਂ ਰਹੇਗਾ। ਮੇਰੀ ਕਮਰਸ਼ੀਅਲ ਪਾਸ ਬਿਲਡਿੰਗ ਹੈ, ਇਹ ਕਹਿੰਦੇ ਆ ਕਿ ਤੁਹਾਡੀ ਤਾਂ ਜੀ 100 ਗਜ ਤੋਂ ਥੱਲੇ ਹੈ ਜ਼ਮੀਨ, ਤੇ ਜੇ ਟੁੱਟ ਗਈ ਤਾਂ ਤੁਸੀਂ ਇੱਥੇ ਫਿਰ ਬਣਾ ਵੀ ਨਹੀਂ ਸਕੋ।
ਹੋਵੋਗੇ ਤੁਹਾਨੂੰ 20 ਪਤਾ ਨਹੀਂ 30 ਫੁੱਟ ਛੱਡਣੀ ਪਏਗੀ, ਤੁਹਾਡੀ ਬਿਲਡਿੰਗ ਨਹੀਂ ਬਣੇਗੀ ਤੇ ਤੁਹਾਡੇ ਕੋਲ ਇਹੀ ਚਾਰਾ ਰਹਿ ਜਾਏਗਾ ਕਿ ਵੀ ਸਿਰਫ ਸਾਨੂੰ ਹੀ ਦਿਓਗੇ ਤੇ ਫਿਰ ਅਸੀਂ ਲੈਣੀ ਵੀ ਨਹੀਂ ਜਗ੍ਹਾ ਤੁਹਾਡੀ, ਫਿਰ ਨਾ ਤੁਸੀਂ ਇੱਧਰ ਦੇ ਰਹੋਗੇ ਨਾ ਉੱਧਰ ਰਹੋਗੇ, ਤੁਹਾਡੀ ਜ਼ਮੀਨ ਸਾਰੀ ਮਿੱਟੀ 'ਚ ਹੀ ਮਿਲ ਜਾਏਗੀ, ਤੁਹਾਡੀ ਮਿੱਟੀ ਹੋ ਜਾਏਗੀ, ਤੁਸੀਂ ਨਾ ਕੰਮ ਕਰ ਪਾਓਗੇ। ਮੇਰੀ ਰੋਜ਼ੀ ਰੋਟੀ ਦਾ ਸਾਧਨ ਹੈਗਾ, ਮੈਂ ਤਾਂ ਬਿਲਕੁਲ ਹੀ ਹੋ ਗਿਆ ਤੇ ਮੁਸ਼ਕਲ। ਕਿੱਦਾਂ ਦੀਆਂ ਧਮਕੀਆਂ ਦਿੱਤੀਆਂ ਇਹਨਾਂ ਨੇ ਤੁਹਾਨੂੰ? ਧਮਕੀਆਂ ਜੀ, ਇੱਕ ਤਾਂ ਜੀ ਵਿਨੀਤ ਜੀ ਕਹਿੰਦੇ ਕਿ ਜੀ ਭਾਈ ਸੂਦ ਤੇਰੀ ਸਮਾਧ ਇੱਥੇ ਹੀ ਬਣੂਗੀ। ਇਹ ਵਨੀਤ ਜੀ ਹੈ ਕਿ ਕੋਈ ਪੋਲੀਟੀਸ਼ੀਅਨ ਹੈ ਜਾਂ ਕੀ ਹੈ, ਬਿਜ਼ਨਸ? ਪਤਾ ਨਹੀਂ, ਜੋ ਕਹਿੰਦੇ ਜੀ ਮੈਂ ਸ਼ਹਿਰ ਦਾ ਕਹਿੰਦਾ ਕਹਾਂਦਾ ਬੰਦਾ ਵਾਂ, ਮੈਂ ਇੰਨੇ ਪੈਸੇ ਇੱਥੇ ਕਰੋੜਾਂ ਰੁਪਏ ਲਗਾ ਦਿੱਤੇ ਤੇ ਤੂੰ ਬੰਦਾ ਕੀ ਹੈਗਾ, ਤੂੰ ਤੇ ਛੋਟਾ ਜਿਹਾ ਬੰਦਾ ਹੈ, ਤੇਰੀ ਤਾਂ ਕੋਈ ਔਕਾਤ ਹੀ ਨਹੀਂ ਹੈਗੀ ਹੈ। ਮੈਂ ਉਹਨਾਂ ਨੂੰ ਦੱਸਿਆ ਕਿ ਵੀ ਠੀਕ ਹੈ ਮੇਰੇ ਕੋਲ ਪੈਸੇ ਨਹੀਂ ਹੈਗੇ, ਨਹੀਂ ਹੈਗੇ, ਪਰ ਇਹਦਾ ਮਤਲਬ ਇਹ ਥੋੜ੍ਹੀ ਹੈ ਕਿ ਮੇਰੇ ਹੱਕ ਜਿਹੜੇ ਹੈਗੇ ਕਿ ਵੀ ਉਹਨਾਂ ਦਾ ਹੱਕ ਦਾ ਹੀ ਸਿੱਧਾ ਹੀ ਹਨਨ ਹੋ ਜਾਏਗਾ ਤੇ ਮੈਂ ਕਿਸੇ ਪਾਸੇ ਦਾ ਨਹੀਂ ਰਹੂੰਗਾ। ਔਰ ਹੁਣ ਮੈਨੂੰ ਅੱਗੇ ਵਾਸਤੇ ਡਰ ਲੱਗਦਾ ਹੈ ਕਿ ਵੀ ਇਹ ਮੇਰੀ ਬਾਕੀ ਵੀ ਕਾਰਵਾਈ ਕਰਨਗੇ ਔਰ ਕਰਕੇ ਬਿਲਡਿੰਗ ਨੂੰ ਤੋੜਨਗੇ ਔਰ ਮੇਰੀ ਫਿਰ ਬੜੀ ਮੁਸ਼ਕਿਲ ਹੋ ਜਾਣੀ ਹੈ। ਮੈਂ ਕਿੱਥੇ ਜਾ ਕੇ ਇਸ ਬਿਲਡਿੰਗ ਦਾ, ਮੈਨੂੰ ਤਾਂ ਹੁਣ ਇਮੀਡੀਏਟਲੀ ਕੋਈ ਨਾ ਕੋਈ ਰਿਲੀਫ ਮਿਲੇ ਚਾਹੀਦਾ ਤਾਂ ਕਿ ਇਹਨਾਂ 'ਤੇ ਅੰਕੁਸ਼ ਲੱਗੇ, ਤਾਂ ਕਿ ਫਿਊਚਰ 'ਚ ਨਾ ਕਦੀ ਇੱਦਾਂ ਦੀ ਕਾਰਵਾਈ ਕਰੇ। ਹੁਣ ਮੇਰਾ ਜੋ ਨੁਕਸਾਨ ਹੋਇਆ ਮੈਂ ਚਲੋ ਇਹਨੂੰ ਸੰਭਾਲ ਲਊਂਗਾ, ਬਿਲਡਿੰਗ ਬਚਾ ਲਊਂਗਾ, ਪਰ ਅਗਰ ਜੇ ਹੁਣ ਨਾ ਕੁਝ ਹੋਇਆ ਤਾਂ ਫਿਰ ਜੇ ਬਿਲਡਿੰਗ ਗਿਰ ਗਈ ਫਿਰ ਕੁਝ ਨਹੀਂ, ਫਿਰ ਤਾਂ ਬਸ ਮਿੱਟੀ ਹੱਥ 'ਚ ਰਹਿ ਜਾਣੀ ਹੈ। ਧੰਨਵਾਦ ਜੀ। ਤੇ ਦੋਸਤੋ ਇਹ ਸੀਗੇ ਡਾਕਟਰ ਸੂਦ, ਜਿਹੜੇ ਕਿ ਜਿਨ੍ਹਾਂ ਨੇ ਦੱਸਿਆ, ਆਪਾਂ ਇਹਨਾਂ ਦੀ ਕਹਾਣੀ ਦੇਖ ਕੇ ਜੋ ਇਹਨਾਂ ਨੇ ਆਪਣੇ ਤੇ ਇਹਨਾਂ ਤੇ ਆਪ ਬੀਤੀ ਸੁਣਾਈ ਹੈ, ਐਂ ਲੱਗ ਰਿਹਾ ਕਿ ਇਹ ਅਸੀਂ ਪਿਕਚਰਾਂ 'ਚ ਤਾਂ ਦੇਖਿਆ ਸੀ ਕਿ ਕਿਤੇ ਕੋਈ ਗੁੰਡਾਗਰਦੀ ਹੁੰਦੀ ਸੀ, ਗਲਤ ਗਤੀਵਿਧੀਆਂ ਹੁੰਦੀ ਸੀ ਔਰ ਇੱਦਾਂ ਰਾਤੋਂ ਰਾਤ ਮਤਲਬ ਕਿਸੇ ਦੀ ਬਿਲਡਿੰਗ ਢਾਹ ਦਿੱਤੀ ਜਾਂਦੀ ਸੀ ਤੇ ਉਹਨੂੰ। ਪਰ ਇੱਥੇ ਇੱਕ ਚੀਜ਼ ਬੜੀ ਚੰਗੀ ਹੈ ਜੋ ਇਹਨਾਂ ਨੇ ਵੀ ਕਹੀ ਕਿ ਪੁਲਿਸ ਪ੍ਰਸ਼ਾਸਨ ਸਹੀ ਇਹਨਾਂ ਦੇ ਨਾਲ ਕੰਮ ਕਰ ਰਿਹਾ ਔਰ ਪੁਲਿਸ ਪ੍ਰਸ਼ਾਸਨ ਇਹਨਾਂ ਦੀ ਗੱਲ ਸੁਣ ਰਿਹਾ, ਜਿਹਦੇ ਕਰਕੇ ਸਾਨੂੰ ਉਮੀਦ ਹੈ ਕਿ ਸ਼ਾਇਦ ਇਹਨਾਂ ਨੂੰ ਇਨਸਾਫ ਕਿਤੇ ਨਾ ਕਿਤੇ ਮਿਲੇਗਾ। ਤੇ ਇੱਦਾਂ ਹੀ ਹੋਰ ਵੀ ਜਨ ਪ੍ਰਤੀਨਿਧੀਆਂ ਦੀ ਅਸੀਂ ਜਿਹੜੀ ਸਮੱਸਿਆਵਾਂ ਹੈ ਤੁਹਾਡੇ ਲੋਕਾਂ ਤੱਕ ਪਹੁੰਚਾਉਂਦੇ ਰਹਾਂਗੇ। ਅਸੀਂ ਤੁਹਾਨੂੰ ਰਿਕੁਐਸਟ ਕਰਦੇ ਹਾਂ ਕਿ ਇਹੋ ਜਿਹੇ ਜਿਹੜੀ ਹੋਰ ਵੀ ਜੇ ਤੁਹਾਨੂੰ ਵੀ ਤੁਹਾਡੇ ਆਸ-ਪਾਸ ਵੀ ਕੋਈ ਚੀਜ਼ ਹੋ ਰਹੀ ਹੈ ਤੇ ਤੁਸੀਂ ਸਾਨੂੰ ਜ਼ਰੂਰ ਭੇਜੋ। ਅਸੀਂ ਤੁਹਾਡੇ ਮੁੱਦੇ ਨੂੰ ਵੀ ਸਮਾਜ ਤੱਕ, ਪ੍ਰਸ਼ਾਸਨ ਤੱਕ ਪਹੁੰਚਾਵਾਂਗੇ ਤੇ ਕੋਸ਼ਿਸ਼ ਕਰਦੇ ਰਹਾਂਗੇ ਕਿ ਤੁਹਾਡੀ ਆਵਾਜ਼ ਕਿਤੇ ਵੀ ਦੱਬੇ ਨਾ। ਧੰਨਵਾਦ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ।